students, and good morning to all of you, and welcome to your own channel GS Math Classes। प्यारे विद्यार्थियों, ਨੈਸ਼ਨਲ ਟੈਲੈਂਟ ਸਰਚ ਐਗਜ਼ਾਮੀਨੇਸ਼ਨ NTSC ਦਾ ਪੇਪਰ ਤੁਹਾਡਾ ਜਿਹੜਾ ਇਸ ਵਾਰੀ ਸ਼ਡਿਊਲ ਜਾਰੀ ਹੋ ਗਿਆ ਔਰ ਤੁਹਾਨੂੰ ਡੇਟ ਸ਼ੀਟ ਵੀ ਪਤਾ ਲੱਗ ਗਿਆ ਕਿ 13 ਦਸੰਬਰ 2020 ਨੂੰ ਜਿਹੜਾ ਤੁਹਾਡਾ ਪੇਪਰ ਇਹ ਹੋਣ ਜਾ ਰਿਹਾ ਹੈਗਾ। ਤਾਂ ਪਿਛਲੇ ਸਾਲ ਦੇ ਵਿੱਚ ਤੁਹਾਡਾ ਜਿਹੜਾ ਪੇਪਰ ਜਿਹੜਾ ਹੋਇਆ ਸੀ ਅੱਜ ਆਪਾਂ ਉਹ ਹੱਲ ਕਰਕੇ ਦੇਖਾਂਗੇ ਪੇਪਰ ਕਿਸ ਤਰ੍ਹਾਂ ਦਾ ਸੀਗਾ ਔਰ ਪੇਪਰ 'ਚ ਕਿਸ ਤਰ੍ਹਾਂ ਦੇ ਸਵਾਲ ਤੁਹਾਨੂੰ ਪੁੱਛੇ ਗਏ ਸੀਗੇ। ਠੀਕ ਹੈ, ਔਰ ਹਰ ਵਾਰੀ ਦੇਖਿਆ ਜਾਂਦਾ ਹੈ ਕਿ ਪਿਛਲੇ ਸਾਲ ਦੇ ਪੇਪਰ ਦੇ ਵਿੱਚੋਂ ਲਗਭਗ ਤੁਹਾਡਾ ਜਿਹੜਾ 20-25% ਪੇਪਰ ਸੇਮ ਰਿਪੀਟ ਕੀਤਾ ਜਾਂਦਾ ਹੈਗਾ, ਮਤਲਬ ਉਹਦੇ ਨਾਲ ਦੇ ਪ੍ਰਸ਼ਨ ਤੁਹਾਨੂੰ ਪੁੱਛੇ ਜਾਂਦੇ ਹੈਗੇ। ਪੈਟਰਨ ਬਿਲਕੁਲ ਸੇਮ ਹੀ ਹੋਏਗਾ। ਠੀਕ ਹੈ, ਔਰ ਕੁਐਸਚਨ ਜਿਹੜੇ ਹੈਗੇ ਆ ਸਟੇਟਮੈਂਟਸ ਚੇਂਜ ਹੁੰਦੀਆਂ ਹੈਗੀਆਂ ਬਟ ਪੈਟਰਨ ਬਿਲਕੁਲ ਸੇਮ ਹੁੰਦਾ ਹੈਗਾ। ਹਾਂਜੀ, ਸਟਾਰਟ ਕਰਦੇ ਹਾਂ। ਪ੍ਰਸ਼ਨ ਨੰਬਰ ਆਪਣਾ 161, ਭਾਰਤ ਦੇ ਪਹਿਲੇ ਵਾਇਸਰਾਏ ਕੌਣ ਸੀ? ਆਪਸ਼ਨ ਰੋਬਰਟ ਕਲਾਈਵ, ਲਾਰਡ ਵਿਲੀਅਮ ਬੈਂਟਿਕ, ਵਾਰਨ ਹੈਸਟਿੰਗਸ, ਚਾਰਲਸ ਜੌਨ ਕੈਨਿੰਗ। ਹਾਂਜੀ, ਫਟਾਫਟ ਤੁਹਾਡਾ ਟਾਈਮ ਵੀ ਬਚਾਉਣਗੇ ਪ੍ਰਸ਼ਨ, ਤੁਸੀਂ ਜੇ ਤਰਾਉਂਦੇ ਆ ਤਾਂ ਨਾਲ ਤੁਸੀਂ ਟਿਕ ਕਰੀ ਜਾਣੇ ਫਟਾਫਟ। ਤਾਂ 161 ਨੰਬਰ ਦਾ ਉੱਤਰ ਆਪਣੇ ਕੋਲ ਕੀ ਬਣ ਜਾਏਗਾ? 161। ਦ ਰਾਈਟ ਆਂਸਰ ਇਜ਼ ਚਾਰਲਸ ਜੌਨ ਕੈਨਿੰਗ ਇਜ਼ ਦ ਰਾਈਟ ਆਂਸਰ। ਭਾਰਤ ਦੇ ਪਹਿਲੇ ਵਾਇਸਰਾਏ ਚਾਰਲਸ ਜੌਨ ਕੈਨਿੰਗ ਰਾਈਟ ਆਪਸ਼ਨ ਬਣ ਗਿਆ ਆਪਣੇ ਕੋਲ। ਠੀਕ ਹੈ, ਨੈਕਸਟ ਆਪਣੇ ਕੋਲ ਪ੍ਰਸ਼ਨ ਰਾਮਾਇਣ ਅਤੇ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ? ਰਾਮਾਇਣ ਅਤੇ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਤਾਂ ਰਾਈਟ ਆਪਸ਼ਨ ਸੀਗਾ ਆਪਣੇ ਕੋਲ ਬਈ ਪੰਚਨਦ। ਪੰਚਨਦ ਪਹਿਲਾ ਹੀ ਰਾਈਟ ਆਪਸ਼ਨ ਸੀਗਾ। ਠੀਕ ਹੈ, ਪੰਚਨਦ। ਅਗਲਾ ਪ੍ਰਸ਼ਨ 163 ਹੈ ਆਪਣੇ ਕੋਲ, ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ? ਹਾਂਜੀ, ਗੁਰੂ ਤੇਗ ਬਹਾਦਰ ਜੀ 9ਵੇਂ ਪਾਤਸ਼ਾਹ ਸਿੱਖਾਂ ਦੇ, ਉਹਨਾਂ ਦਾ ਜਨਮ ਕਦੋਂ ਹੋਇਆ? 1605, 1628 ਈਸਵੀ, 1656 ਈਸਵੀ ਜਾਂ ਫਿਰ 1621 ਈਸਵੀ। 163 ਨੰਬਰ ਦਾ ਰਾਈਟ ਆਪਸ਼ਨ ਕੀ ਹੈ? 1621 ਦੇ ਵਿੱਚ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਸੀ ਆਪਣੇ ਕੋਲ, ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ। 164 ਨੰਬਰ ਪ੍ਰਸ਼ਨ ਜੀ, ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਗੁਰੂ ਹਰ ਰਾਏ ਜੀ ਨੂੰ ਦਿੱਲੀ ਬੁਲਾਉਣ 'ਤੇ ਗੁਰੂ ਸਾਹਿਬ ਨੇ ਕਿਸ ਨੂੰ ਦਿੱਲੀ ਭੇਜਿਆ? ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਗੁਰੂ ਹਰ ਰਾਏ ਜੀ ਨੂੰ, ਠੀਕ ਹੈ, ਦਿੱਲੀ ਬੁਲਾਉਣ 'ਤੇ ਗੁਰੂ ਸਾਹਿਬ ਨੇ ਕਿਸ ਨੂੰ ਦਿੱਲੀ ਭੇਜਿਆ? ਕਿਸ ਨੂੰ ਦਿੱਲੀ ਭੇਜਿਆ ਸੀ ਬਈ ਆਪਣੇ ਕੋਲ? ਚਾਰ ਆਪਸ਼ਨ ਤੁਹਾਨੂੰ ਦਿੱਤੇ ਗਏ ਆ, ਪ੍ਰਿਥੀ ਚੰਦ ਨੂੰ, ਰਾਮ ਰਾਏ ਜੀ ਨੂੰ, ਧੀਰਮਲ ਨੂੰ ਜਾਂ ਫਿਰ ਹਰਿਕ੍ਰਿਸ਼ਨ ਜੀ ਨੂੰ। ਹਾਂਜੀ, ਤਾਂ ਉਹਨਾਂ ਨੇ ਭੇਜਿਆ ਸੀਗਾ ਰਾਮ ਰਾਏ ਜੀ ਨੂੰ। ਠੀਕ ਹੈ, ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਸੀਗਾ। ਆਪਸ਼ਨ 2 ਰਾਈਟ ਆਂਸਰ ਬਣਦਾ ਆਪਣੇ ਕੋਲ। ਠੀਕ ਹੈ, ਤਾਂ 165 ਨੰਬਰ ਪ੍ਰਸ਼ਨ ਉੱਤਰ ਆਪਣੇ ਕੋਲ ਹੈ, ਪਹਿਲੀ ਵਾਰ ਕਾਂਗਰਸ ਦੇ ਮੰਚ ਤੋਂ ਸਵਰਾਜ ਦੀ ਮੰਗ ਕਰਨ ਦਾ ਸਿਹਰਾ ਕਿਸ ਨੂੰ ਜਾਣਦਾ ਹੈ? ਕਾਂਗਰਸ ਦੇ ਮੰਚ ਤੋਂ ਸਵਰਾਜ ਦੀ ਮੰਗ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ? ਤਾਂ ਉਹ ਕੀਤੀ ਸੀ ਆਪਣੇ ਕੋਲ ਦਾਦਾ ਭਾਈ ਨਹਿਰੂ ਜੀ ਨੇ। ਦਾਦਾ ਭਾਈ ਨਹਿਰੂ ਜੀ ਨੇ ਸਭ ਤੋਂ ਪਹਿਲਾਂ ਸਵਰਾਜ ਦੀ ਮੰਗ ਕੀਤੀ ਸੀਗੀ। ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ। ਠੀਕ ਹੈ, ਸੋ 166 ਨੰਬਰ ਪ੍ਰਸ਼ਨ ਜਿਹੜਾ ਸੀਗਾ ਆਪਣੇ ਕੋਲ, ਮੰਜੀ ਪ੍ਰਥਾ ਦੀ ਸ਼ੁਰੂਆਤ ਕਿਸ ਨੇ ਕੀਤੀ? ਮੰਜੀ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਨੇ ਕੀਤੀ? ਰਾਈਟ ਆਪਸ਼ਨ ਇਹਦੇ ਵਿੱਚੋਂ ਹੈ ਮੰਜੀ ਪ੍ਰਥਾ, ਤੁਹਾਨੂੰ ਆਉਂਦਾ ਹੀ ਹੈ। ਠੀਕ ਹੈ, ਪ੍ਰਸ਼ਨ 166 ਨੰਬਰ ਦਾ ਰਾਈਟ ਆਂਸਰ ਤੁਸੀਂ ਮੈਨੂੰ ਆਪਣੇ ਆਪ ਦਿਓ। ਠੀਕ ਹੈ, ਬਹੁਤ ਸੌਖਾ ਪ੍ਰਸ਼ਨ ਹੈਗਾ, ਕਮੈਂਟ ਬਾਕਸ ਵਿੱਚ ਇਹਦਾ ਆਂਸਰ ਲਿਖਣਾ 166 ਨੰਬਰ ਪ੍ਰਸ਼ਨ ਦਾ। 167 ਨੰਬਰ ਹੈ, ਬੰਦਾ ਸਿੰਘ ਬਹਾਦਰ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਤਾਂ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਲੜਾਈਆਂ ਦੌਰਾਨ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਠੀਕ ਹੈ, 167 ਨੰਬਰ ਪ੍ਰਸ਼ਨ ਦਾ ਰਾਈਟ ਆਂਸਰ ਕੀ ਬਣਦਾ? ਲੋਹਗੜ੍ਹ। ਤਾਂ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਜਿਹੜਾ ਹੈਗਾ ਬਣਾਇਆ ਸੀ ਬੰਦਾ ਸਿੰਘ ਬਹਾਦਰ ਨੇ। ਠੀਕ ਹੈ, ਯਾਦ ਰੱਖਣਾ, ਵੈਰੀ ਇੰਪੋਰਟੈਂਟ ਔਰ ਵੈਰੀ ਈਜ਼ੀ ਕੁਐਸਚਨਸ ਹੈਗੇ ਆ। ਠੀਕ ਹੈ, ਨੈਕਸਟ ਹੈ, ਗਦਰ ਪਾਰਟੀ ਦਾ ਜਨਮ ਕਦੋਂ ਹੋਇਆ ਵੀ? ਗਦਰ ਪਾਰਟੀ ਦਾ ਜਨਮ 1914, 13 ਜਾਂ 20 ਜਾਂ ਫਿਰ 29 ਦੇ ਵਿੱਚ ਹੋਇਆ। ਦੱਸੋ ਰਾਈਟ ਆਪਸ਼ਨ ਵੀ ਇਹਦਾ ਰਾਈਟ ਆਪਸ਼ਨ ਹੈਗਾ ਇਹਦਾ ਆਪਣੇ ਕੋਲ 1913 ਦੇ ਵਿੱਚ ਗਦਰ ਪਾਰਟੀ ਦਾ ਜਨਮ ਹੋਇਆ ਸੀਗਾ। 1913 ਦੇ ਵਿੱਚ ਬਾਬਾ ਸੋਹਣ ਸਿੰਘ ਭਕਨੌਰਾ ਨੇ ਇਸ ਦਾ ਜਿਹੜਾ ਹੈਗਾ ਗਠਨ ਕੀਤਾ ਸੀਗਾ। 169 ਨੰਬਰ ਪ੍ਰਸ਼ਨ ਉੱਤਰ ਆਪਣੇ ਕੋਲ ਹੈ, 19ਵੀਂ ਸਦੀ ਦੇ ਮੱਧ ਵਿੱਚ ਇਟਲੀ ਨੂੰ ਕਿੰਨੇ ਰਾਜਾਂ ਵਿੱਚ ਵੰਡਿਆ ਗਿਆ ਅਤੇ ਕਿਸ ਤੇ ਇਤਾਲਵੀ ਰਿਆਸਤ ਦਾ ਰਾਜ ਸੀ? ਠੀਕ ਹੈ, ਤਾਂ 7 ਰਿਆਸਤਾਂ ਵਿੱਚ ਵੰਡਿਆ ਗਿਆ, 6 'ਚ 5 ਜਾਂ 6 ਦੇ ਵਿੱਚ। ਤਾਂ 169 ਨੰਬਰ ਦਾ ਰਾਈਟ ਆਂਸਰ ਬਣਦਾ ਆਪਣੇ ਕੋਲ ਇਹ। ਤਾਂ 7 ਵਰਗਾਂ ਦੇ ਵਿੱਚ ਵੰਡਿਆ ਗਿਆ ਸੀਗਾ। ਠੀਕ ਹੈ, 7 ਰਾਜਾਂ ਦੇ ਵਿੱਚ, ਔਰ ਸਾਰਡੀਨੀਆ ਪਾਈਡਮੈਂਟ ਜਿਹੜਾ ਰਿਆਸਤ ਦਾ ਰਾਜ ਸੀਗਾ, ਇਟਾਲਵੀ ਰਾਜ। ਠੀਕ ਹੈ, ਤਾਂ ਆਪਸ਼ਨ ਕੀ ਬਣ ਗਿਆ ਆਪਣੇ ਕੋਲ? ਫਸਟ ਰਾਈਟ ਆਪਸ਼ਨ ਬਣ ਗਿਆ। ਨੈਕਸਟ ਹੈ ਜੀ 170 ਨੰਬਰ ਪ੍ਰਸ਼ਨ, ਉਸ ਮਹਿਲਾ ਰੂਪਕ ਦਾ ਨਾਮ ਦੱਸੋ ਜੋ ਫਰਾਂਸ ਦੀ ਪ੍ਰਤੀਨਿਧਤਾ ਕਰਦੀ ਹੈ। ਉਸ ਮਹਿਲਾ ਰੂਪਕ ਦਾ ਨਾਮ ਦੱਸੋ ਜੋ ਫਰਾਂਸ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਫਰਾਂਸ ਨੂੰ ਲੀਡ ਕਰਦੀ ਹੈ। ਤਾਂ ਉਹ ਕੀ ਹੈ ਆਪਣੇ ਕੋਲ? ਜਰਮੈਨੀਆ, ਮਾਰੀਆ, ਐਲਾਈਸ ਜਾਂ ਫਿਰ ਮਾਰੀਅਨ। ਤਾਂ ਕੌਣ ਹੈ ਵੀ ਇਹਨਾਂ ਚਾਰਾਂ ਦੇ ਵਿੱਚੋਂ? ਰਾਈਟ ਆਪਸ਼ਨ ਆਪਣੇ ਕੋਲ ਤਾਂ ਮਾਰੀਅਨ ਦਾ ਰਾਈਟ ਆਂਸਰ ਹੈ ਆਪਣੇ ਕੋਲ, ਮਾਰੀਅਨ। ਠੀਕ ਹੈ, ਯਾਦ ਕਰਨਾ ਤੁਸੀਂ ਆਪਣੇ ਆਪ ਇਹ। और प्रश्न नंबर 171 है अपने को भाई, एक उदार
ਬਸਤੀਵਾਦੀ ਅਧਿਕਾਰੀ ਜਿਸ ਨੇ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਨਵੇਂ ਨਿਯਮ ਤਿਆਰ ਕੀਤੇ। ਪ੍ਰੈਸ ਦੀ ਆਜ਼ਾਦੀ 'ਤੇ ਜ਼ੋਰ ਦਿੱਤਾ ਸੀ ਉਹ ਕਿਹੜਾ ਸੀ? ਇਹਨਾਂ ਚਾਰਾਂ ਵਿੱਚੋਂ ਵਾਰਨ ਹੈਸਟਿੰਗਸ, ਥਾਮਸ ਮੈਕੌਲੇ, ਵਿਲੀਅਮ ਬੈਂਟਿਕ ਜਾਂ ਫਿਰ ਰੋਬਰਟ ਕਲਾਈਵ। ਚਾਰਾਂ ਵਿੱਚੋਂ ਰਾਈਟ ਆਪਸ਼ਨ ਹੈ 171 ਦਾ ਆਪਣੇ ਕੋਲ ਬਈ ਥਾਮਸ ਮੈਕੌਲੇ ਰਾਈਟ ਆਂਸਰ ਹੈ, ਜਿਹਨੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਦੀ ਆਜ਼ਾਦੀ ਲਈ ਯਤਨ ਕੀਤੇ। ਠੀਕ ਹੈ, ਨਵੇਂ ਨਿਯਮ ਤਿਆਰ ਕਰਵਾਏ। ਔਰ 172 ਨੰਬਰ ਪ੍ਰਸ਼ਨ ਜੀ ਆਪਣੇ ਕੋਲ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਸਾਰਕ ਦਾ ਮੈਂਬਰ ਨਹੀਂ ਹੈ? ਠੀਕ ਹੈ, ਸਾਰਕ SAARC ਸਾਰਕ। ਠੀਕ ਹੈ, ਪਤਾ ਨਾ ਤੁਹਾਨੂੰ ਵਿਚ ਆਫ ਦਾ ਫੋਲੋਇੰਗ ਕੰਟਰੀਜ਼ ਨਾਟ ਅ ਮੈਂਬਰ ਆਫ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕਾਰਪੋਰੇਸ਼ਨ ਦੀ ਤੁਸੀਂ ਫੁੱਲ ਫਾਰਮ ਵੀ ਯਾਦ ਕਰ ਲਓ। ਸਾਰਕ ਦੀ ਫੁੱਲ ਫਾਰਮ ਕੀ ਹੁੰਦੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਤੁਹਾਨੂੰ ਕੁਐਸਚਨ ਦੇ ਵਿੱਚ ਇਹ ਕੁਐਸਚਨ ਮਿਲ ਗਿਆ ਇੱਕ। ਠੀਕ ਹੈ, ਤਾਂ ਇਹਨਾਂ ਵਿੱਚੋਂ ਕਿਹੜਾ ਦੇਸ਼ ਇਹਦੇ ਵਿੱਚ ਸ਼ਾਮਿਲ ਨਹੀਂ ਹੈ? ਭੂਟਾਨ, ਭਾਰਤ, ਨੇਪਾਲ ਜਾਂ ਫਿਰ ਚੀਨ। ਤਾਂ ਰਾਈਟ ਆਪਸ਼ਨ ਤੁਸੀਂ ਦੱਸੋ ਵੀ ਇਹਦਾ ਕਿਹੜਾ ਬਣੇਗਾ 172 ਨੰਬਰ ਪ੍ਰਸ਼ਨ ਦਾ ਆਪਣੇ ਕੋਲ। ਹਾਂਜੀ, ਕਿਹੜਾ ਦੇਸ਼ ਸ਼ਾਮਿਲ ਨਹੀਂ ਹੈ ਇਹਦੇ ਵਿੱਚ? ਤਾਂ ਚੀਨ ਜਿਹੜਾ ਦੇਸ਼ ਸਾਰਕ ਦੇਸ਼ਾਂ ਦਾ ਜਿਹੜਾ ਇੱਕ ਸੰਗਠਨ ਬਣਿਆ ਹੈਗਾ ਉਹਦੇ ਵਿੱਚ ਸ਼ਾਮਿਲ ਨਹੀਂ ਹੈ, ਚੀਨ। ਰਾਈਟ ਆਪਸ਼ਨ 4 ਆਪਣੇ ਕੋਲ ਬਣ ਗਿਆ ਚੀਨ। ਅਗਲਾ ਹੈ ਦਮਨ ਤੋਂ ਗੋਆ ਤੱਕ ਦੇ ਤਟਵਰਤੀ ਮੈਦਾਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਗੋਆ, ਦਮਨ ਤੋਂ ਗੋਆ ਤੱਕ ਦੇ ਤਟਵਰਤੀ ਮੈਦਾਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਹਾਂਜੀ, ਆਪਸ਼ਨ ਤੁਹਾਡੇ ਕੋਲ ਨੇ। ਆਪਸ਼ਨ 1 ਮਾਲਾਬਾਰ ਤੱਟ, ਕੋਂਕਣ ਤਟਵਰਤੀ ਮੈਦਾਨ, ਪੂਰਬੀ ਤਟਵਰਤੀ ਮੈਦਾਨ ਜਾਂ ਫਿਰ ਉੱਤਰੀ ਤਟਵਰਤੀ ਮੈਦਾਨ। ਤਾਂ ਆਪਸ਼ਨ ਰਾਈਟ ਹੈਗਾ ਬੇਟਾ ਆਪਣੇ ਕੋਲ ਇਹਦਾ ਕੋਂਕਣ ਤਟਵਰਤੀ ਮੈਦਾਨ। ਠੀਕ ਹੈ, ਕੋਂਕਣ ਤਟਵਰਤੀ ਮੈਦਾਨ ਜਿਹੜਾ ਗੋਆ, ਦਮਨ ਤੋਂ ਗੋਆ ਤੱਕ ਦਾ ਤਟਵਰਤੀ ਮੈਦਾਨ ਆ, ਕੋਂਕਣ ਨਾਮ ਦਿੱਤਾ ਜਾਂਦਾ। ਠੀਕ ਹੈ, ਅਗਲਾ ਹੈ ਖੇਤਰਫਲ ਦੇ ਹਿਸਾਬ ਨਾਲ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਛੋਟਾ ਹੈ? ਏਰੀਆ ਦੇ ਅਕੋਰਡਿੰਗਲੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਛੋਟਾ ਹੈ? ਚਾਰ ਆਪਸ਼ਨ ਤੁਹਾਡੇ ਕੋਲ ਨੇ। ਲੁਧਿਆਣਾ ਤਾਂ ਵੱਡਾ ਹੈ। ਠੀਕ ਹੈ, ਆਪਣੇ ਕੋਲ ਬਠਿੰਡਾ, ਗੁਰਦਾਸਪੁਰ ਜਾਂ ਫਿਰ ਪਠਾਨਕੋਟ। ਤਾਂ ਚਾਰਾਂ ਦੇ ਵਿੱਚੋਂ ਰਾਈਟ ਆਪਸ਼ਨ ਤੁਹਾਡੇ ਕੋਲ ਕਿਹੜਾ ਬਣਦਾ ਬਈ 174 ਨੰਬਰ ਪ੍ਰਸ਼ਨ ਦਾ ਆਪਸ਼ਨ ਨੰਬਰ ਡੀ, ਪਠਾਨਕੋਟ ਜਿਹੜਾ ਸਭ ਤੋਂ ਛੋਟਾ ਜ਼ਿਲ੍ਹਾ ਚਾਰਾਂ ਵਿੱਚੋਂ, ਇਹਨਾਂ ਚਾਰਾਂ ਵਿੱਚੋਂ। ਠੀਕ ਹੈ, ਤਾਂ ਸੰਵਹਿਣ ਵਰਖਾ ਆਮ ਤੌਰ 'ਤੇ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ? ਸੰਵਹਿਣ ਵਰਖਾ ਇਹਨਾਂ ਚਾਰਾਂ ਖੇਤਰਾਂ ਵਿੱਚੋਂ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ? ਹਾਂਜੀ, ਭੂ ਮੱਧ ਸਾਗਰੀ ਖੇਤਰ ਵਿੱਚ, ਦੱਖਣੀ ਧਰੁਵ ਦੇ ਖੇਤਰ ਵਿੱਚ, ਉੱਤਰੀ ਧਰੁਵ ਜਾਂ ਫਿਰ ਬਰਫੀਲੇ ਖੇਤਰ ਦੇ ਵਿੱਚ। ਸੰਵਹਿਣ ਵਰਖਾ ਕਿਹੜੇ ਖੇਤਰ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਤਾਂ ਆਪਸ਼ਨ ਏ ਯਾਨੀ ਕਿ ਇਕੁਏਟਰੀਕਲ ਭੂ ਮੱਧਰੀ ਸਾਗਰ ਦੇ ਵਿੱਚ ਸਭ ਤੋਂ ਜ਼ਿਆਦਾ ਵਰਖਾ ਪਾਈ ਜਾਂਦੀ ਹੈ। ਆਪਸ਼ਨ ਏ ਤੁਹਾਡਾ ਰਾਈਟ ਆਂਸਰ ਹੈ ਇਹਦਾ। ਠੀਕ ਹੈ ਜੀ, ਨੈਕਸਟ ਹੈ ਪੁੱਤਰ ਆਪਣੇ ਕੋਲ ਪ੍ਰਸ਼ਨ ਨੰਬਰ 176। ਰਾਵੀ, ਜਿਹਲਮ ਅਤੇ ਚਨਾਬ ਕਿਸ ਨਦੀ ਦੀਆਂ ਸਹਾਇਕ ਨਦੀਆਂ ਹਨ? ਇਹ ਕਿਹੜੀ ਨਦੀ ਦੀਆਂ ਟ੍ਰਿਬਿਊਟਰੀ ਹੈ ਜੇ ਕਿਸ ਚੋਂ ਨਿਕਲਦੀਆਂ ਹਨ? ਰਾਵੀ, ਜਿਹਲਮ ਅਤੇ ਚਨਾਬ। ਹਾਂਜੀ, ਗੋਦਾਵਰੀ ਵਿੱਚੋਂ, ਗੰਗਾ ਚੋਂ, ਯਮੁਨਾ ਚੋਂ ਜਾਂ ਫਿਰ ਸਿੰਧੂ ਚੋਂ। ਹਾਂਜੀ, 176 ਦਾ ਰਾਈਟ ਆਪਸ਼ਨ ਤੁਹਾਡੇ ਕੋਲ ਦੇਖੋ ਰਾਵੀ, ਜਿਹਲਮ, ਚਨਾਬ ਕਿਸ ਨਦੀ ਦੀਆਂ ਸਹਾਇਕ ਨਦੀਆਂ ਹਨ? ਹਾਂਜੀ, ਠੀਕ ਹੈ, ਚਾਰ ਨਦੀਆਂ ਲਿਖੀਆਂ ਗੋਦਾਵਰੀ, ਗੰਗਾ, ਯਮੁਨਾ, ਸਿੰਧੂ। ਤੁਸੀਂ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦਿਓ। ਠੀਕ ਹੈ, ਤੁਹਾਡੇ ਲਈ ਛੱਡਿਆ ਕੁਐਸਚਨ 176 ਨੰਬਰ ਪ੍ਰਸ਼ਨ, ਤੁਸੀਂ ਇਹਦਾ ਆਨਸਰ ਕਮੈਂਟ ਬਾਕਸ ਵਿੱਚ ਦੱਸਣਾ ਹੈ। ਠੀਕ ਹੈ, ਅਗਲਾ 177 ਨੰਬਰ ਪ੍ਰਸ਼ਨ ਆਇਆ ਹੇਠ ਲਿਖਿਆਂ ਵਿੱਚੋਂ ਕੌਣ ਵੀ ਸ਼ੇਪਡ ਘਾਟੀ ਦਾ ਨਿਰਮਾਣ ਕਾਰਕ ਹੈ? ਵੀ ਸ਼ੇਪਡ ਘਾਟੀ ਦਾ ਨਿਰਮਾਣ ਕਾਰਕ ਇਹਨਾਂ ਵਿੱਚੋਂ ਕੌਣ ਹੈ? ਕਿਹਦੇ ਕਰਕੇ ਵੀ ਸ਼ੇਪਡ ਘਾਟੀਆਂ ਬਣਦੀਆਂ ਹਨ? ਬਰਫ਼ ਕਰਕੇ, ਹਵਾ ਕਰਕੇ, ਨਦੀਆਂ ਕਰਕੇ ਜਾਂ ਫਿਰ ਸਮੁੰਦਰੀ ਲਹਿਰਾਂ ਕਰਕੇ? 177 ਨੰਬਰ ਪ੍ਰਸ਼ਨ ਦਾ ਜਿਹੜਾ ਹੈਗਾ ਰਾਈਟ ਆਂਸਰ ਹੈ ਨਦੀਆਂ ਅਤੇ ਦਰਿਆਵਾਂ ਕਰਕੇ ਵੀ ਸ਼ੇਪਡ ਘਾਟੀਆਂ ਦਾ ਨਿਰਮਾਣ ਹੁੰਦਾ ਹੈ। ਤਾਂ ਆਪਸ਼ਨ ਸੀ ਇਹਦਾ ਰਾਈਟ ਆਂਸਰ ਬਣ ਗਿਆ ਜੀ ਆਪਣੇ ਕੋਲ। 178 ਨੰਬਰ ਪ੍ਰਸ਼ਨ ਹੈ ਜੀ ਪੰਜਾਬ ਵਿੱਚ ਕਿਸ ਕਿਸਮ ਦੀ ਮਿੱਟੀ ਜ਼ਿਆਦਾ ਪਾਈ ਜਾਂਦੀ ਹੈ? ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿਹੜੀ ਮਿੱਟੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਕਾਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ ਜਾਂ ਫਿਰ ਕਛਾਈ ਮਿੱਟੀ ਯਾਨੀ ਕਿ ਜਿਹੜੀ ਜਲੋੜ ਮਿੱਟੀ ਤੁਸੀਂ ਕਹਿੰਦੇ ਹੋ। ਠੀਕ ਹੈ, ਤਾਂ ਇਹਨਾਂ ਵਿੱਚੋਂ ਕਿਹੜੀ ਮਿੱਟੀ ਜਿਹੜੀ ਜ਼ਿਆਦਾ ਹੈ ਉਹ ਹੈ ਆਪਸ਼ਨ 2। ਠੀਕ ਹੈ, ਤਾਂ ਇਹਨੂੰ ਜਿਹੜਾ ਹੈ ਤੁਸੀਂ ਯਾਦ ਕਰਨਾ ਹੈਗਾ। ਔਰ ਇੰਗਲਿਸ਼ ਦੇ ਵਿੱਚ ਇਹਨੂੰ ਐਲੋਵਲ ਸੋਇਲ ਕਹਿੰਦੇ, ਜਲੋੜ ਮਿੱਟੀ ਵੀ ਕਹਿੰਦੇ ਆਪਾਂ। ਠੀਕ ਹੈ, ਸਭ ਤੋਂ ਜ਼ਿਆਦਾ ਪਾਈ ਜਾਂਦੀ ਪੰਜਾਬ ਦੇ ਵਿੱਚ ਉਪਜਾਊ ਮਿੱਟੀ ਹੁੰਦੀ ਹੈ। ਤਾਂ 179 ਨੰਬਰ ਪ੍ਰਸ਼ਨ ਆਪਣੇ ਕੋਲ ਹੈ ਭਾਰਤ ਦਾ ਸਭ ਤੋਂ ਪਹਿਲਾ ਐਕਸਪ੍ਰੈਸ ਹਾਈਵੇ ਕਿਹੜਾ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਐਕਸਪ੍ਰੈਸ-ਵੇ ਆਫ ਇੰਡੀਆ। ਸਭ ਤੋਂ ਫਸਟ ਜਿਹੜਾ ਹੈਗਾ ਐਕਸਪ੍ਰੈਸ ਹਾਈਵੇ ਕਿਹੜਾ ਹੈ? ਦਿੱਲੀ ਕਲਕੱਤਾ, ਮੁੰਬਈ ਪੁਣੇ, ਬੈਂਗਲੁਰੂ ਚੇਨਈ ਕਿ ਦਿੱਲੀ ਮੁੰਬਈ? ਰਾਈਟ ਆਪਸ਼ਨ ਤੁਹਾਡਾ ਕਿਹੜਾ ਬਣੇਗਾ ਪੁੱਤਰ ਜੀ? ਹਾਂਜੀ, 79 ਦਾ ਰਾਈਟ ਆਪਸ਼ਨ ਤੁਹਾਡਾ ਬਣੇਗਾ ਮੁੰਬਈ ਪੁਣੇ ਸਭ ਤੋਂ ਪੁਰਾਣਾ ਹਾਈਵੇ ਐਕਸਪ੍ਰੈਸ ਹਾਈਵੇ ਹੈ। ਠੀਕ ਹੈ, ਆਪਸ਼ਨ 2 ਮੁੰਬਈ ਪੁਣੇ। ਠੀਕ ਹੈ ਜੀ, ਤਾਂ 180 ਨੰਬਰ ਪ੍ਰਸ਼ਨ ਕਿਸੇ ਦੇਸ਼ ਦੀਆਂ ਭੋਜਨ ਦੀਆਂ ਜ਼ਰੂਰਤਾਂ ਜਿਵੇਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ? ਕਿਵੇਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ?
ਕਿਸੇ ਦੇਸ਼ ਦੀਆਂ ਭੋਜਨ ਦੀਆਂ ਜ਼ਰੂਰਤਾਂ ਕਿਵੇਂ ਨਿਰਧਾਰਿਤ ਕੀਤੀਆਂ ਜਾਂਦੀਆਂ? ਜਨਸੰਖਿਆ ਦੇ ਸਾਈਜ਼ ਦੇ ਆਧਾਰ 'ਤੇ, ਠੀਕ ਹੈ, ਭੌਤਿਕ ਆਧਾਰ 'ਤੇ, ਸ਼ਹਿਰੀ ਜਨਸੰਖਿਆ ਦੇ ਆਧਾਰ 'ਤੇ, ਜਾਂ ਫਿਰ ਪੇਂਡੂ ਵਸੋਂ ਦੇ ਆਧਾਰ 'ਤੇ। ਰਾਈਟ ਆਪਸ਼ਨ ਆਪਣੇ ਕੋਲ ਹੈ ਜਨਸੰਖਿਆ ਦੇ ਸਾਈਜ਼ ਦੇ ਰਹਿਣ ਸਹਿਣ ਦੇ ਆਧਾਰ 'ਤੇ ਜਿਹੜਾ ਹੈਗਾ ਭੋਜਨ ਦੀਆਂ ਜ਼ਰੂਰਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਆਪਸ਼ਨ 1 ਕਰੈਕਟ ਹੋ ਗਿਆ, ਠੀਕ ਹੈ। ਇਹਦਾ ਅਗਲਾ ਹੈ ਪ੍ਰਸ਼ਨ ਨੰਬਰ 181, ਕਰਕ ਰੇਖਾ ਕਿਹੜੇ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ? ਕਰਕ ਰੇਖਾ, ਠੀਕ ਹੈ, ਕਰਕ ਰੇਖਾ ਹੁੰਦੀ ਹੈ, ਇੱਕ ਮਕਰ ਰੇਖਾ ਹੁੰਦੀ ਹੈ, ਠੀਕ ਹੈ, ਟ੍ਰੋਪੀਕਲ ਤੇ ਕਰਕ ਰੇਖਾ ਕਿਹੜੇ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ? ਆਪਣੇ ਕੋਲੇ ਉਹਨੇ ਪੁੱਛਿਆ ਟ੍ਰੋਪਿਕ ਆਫ ਕੈਂਸਰ ਪਾਸਿਸ ਥਰੂ ਵਿਚ ਸਟੇਟ? ਟ੍ਰੋਪਿਕ ਆਫ ਕੈਂਸਰ ਕਹਿੰਦੇ ਆਪਾਂ ਇਹਨੂੰ। ਨੀਚੇ ਹੁੰਦੀ ਹੈ ਟ੍ਰੋਪਿਕ ਆਫ ਕੈਪਰੀਕੋਰਨ, ਠੀਕ ਹੈ, ਕੈਪਰੀਕੋਰਨ ਤੇ ਸੈਂਟਰ 'ਚ ਹੁੰਦੀ ਹੈ ਆਪਣੀ ਜਿਹੜੀ ਭੂ-ਮੱਧ ਰੇਖਾ ਜਿਹਨੂੰ ਆਪਾਂ ਇਕੁਏਟਰ ਬੋਲਦੇ ਹੈਗੇ ਆ। ਤਾਂ ਜਿਹੜੀ ਕਰਕ ਰੇਖਾ ਉੱਪਰ ਹੁੰਦੀ ਹੈ ਕਿਹੜੇ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ? ਬਿਹਾਰ ਵਿੱਚੋਂ, ਉੱਤਰ ਪ੍ਰਦੇਸ਼ ਵਿੱਚੋਂ, ਮਿਜ਼ੋਰਮ ਵਿੱਚੋਂ, ਜਾਂ ਫਿਰ ਨਾਗਾਲੈਂਡ ਵਿੱਚੋਂ। ਹਾਂਜੀ, ਤਾਂ 181 ਦਾ ਰਾਈਟ ਆਪਸ਼ਨ ਤੁਹਾਡੇ ਕੋਲ ਬਣਦਾ ਹੈ ਆਪਸ਼ਨ ਸੀ, ਯਾਨੀ ਕਿ ਮਿਜ਼ੋਰਮ ਦੇ ਵਿੱਚੋਂ ਹੋ ਕੇ ਗੁਜ਼ਰਦੀ ਹੈ ਕਰਕ ਰੇਖਾ, ਠੀਕ ਹੈ। ਰਾਈਟ ਆਪਸ਼ਨ ਕੀ ਬਣ ਜਾਏਗਾ? ਆਪਸ਼ਨ 3 ਮਿਜ਼ੋਰਮ। ਇਹਨਾਂ ਖੇਤਰਾਂ ਵਿੱਚੋਂ ਕਿਹੜੇ ਖੇਤਰ ਵਿੱਚ ਪਟਸਨ ਮਿੱਲਾਂ ਜ਼ਿਆਦਾ ਹਨ? 182 ਨੰਬਰ ਵਿੱਚ ਪਟਸਨ ਮਿੱਲਾਂ ਸਭ ਤੋਂ ਜ਼ਿਆਦਾ ਕਿੱਥੇ ਆ ਵੀ? ਆਪਣੇ ਕੋਲ ਪਟਸਨ ਮਿੱਲਾਂ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਪਾਈਆਂ ਜਾਂਦੀਆਂ ਹੈਗੀਆਂ। ਆਪਸ਼ਨ 3 ਦਾ ਰਾਈਟ ਆਨਸਰ ਹੈ ਜੀ, ਨੋਟ ਕਰ ਲਓ। ਹੇਠਲਿਆਂ ਵਿੱਚੋਂ ਵੀਟੋ ਸ਼ਕਤੀ ਕਿਸ ਦੇਸ਼ ਕੋਲ ਨਹੀਂ ਹੈ? ਵੀਟੋ ਪਾਵਰ ਹੁੰਦੀ, ਠੀਕ ਹੈ, ਇਹਦੇ ਵਿੱਚ ਜਿਸ ਦੇ ਅਨੁਸਾਰ ਜਿਹੜਾ ਹੈਗਾ ਰਾਸ਼ਟਰਪਤੀ ਕਹਿ ਸਕਦਾ ਹੈ ਕਿ ਮੈਂ ਬਿੱਲ ਨੂੰ ਜਿਹੜਾ ਹੈਗਾ ਜਵਾਬ ਦੇ ਸਕਦਾ, ਪਾਸ ਕਰਨ ਤੋਂ ਵੀ ਪਾਸ ਨਹੀਂ ਕਰਨਾ, ਠੀਕ ਹੈ, ਵਾਪਸ ਭੇਜ ਸਕਦਾ ਹੈਗਾ, ਠੀਕ ਹੈ। ਤਾਂ ਉਹ ਕਿਸ ਦੇਸ਼ ਕੋਲ ਇਹ ਸ਼ਕਤੀ ਨਹੀਂ ਹੈ ਇਹਨਾਂ ਵਿੱਚੋਂ ਵੀਟੋ ਪਾਵਰ? ਤਾਂ 183 ਦਾ ਰਾਈਟ ਆਨਸਰ ਬਣੇਗਾ ਆਪਣੇ ਕੋਲ ਜੀ, ਭਾਰਤ ਦੇ ਜਿਹੜਾ ਹੈਗਾ ਰਾਸ਼ਟਰਪਤੀ ਕੋਲ ਜਿਹੜਾ ਹੈਗਾ ਜਾਂ ਭਾਰਤ ਕੋਲ ਵੀਟੋ ਪਾਵਰ ਨਹੀਂ ਹੈ। ਆਪਸ਼ਨ 2 ਦਾ ਰਾਈਟ ਆਨਸਰ ਬਣਦਾ ਹੈਗਾ ਆਪਣੇ ਕੋਲ, ਵੀਟੋ ਪਾਵਰ ਨਹੀਂ ਹੈ। ਤਾਂ 184 ਨੰਬਰ ਪ੍ਰਸ਼ਨ ਪੱਤਰ ਆਪਣੇ ਕੋਲ ਹੈ, ਨਿਆਇਕ ਪੁਨਰ ਨਿਰੀਖਣ ਦਾ ਸਿਧਾਂਤ ਕਿਸ ਤੋਂ ਲਿਆ ਗਿਆ ਹੈ? ਨਿਆਇਕ ਪੁਨਰ ਨਿਰੀਖਣ ਜਿਹਨੂੰ ਬੋਲਦੇ ਹੈਗੇ ਆਪਾਂ ਜੁਡੀਸ਼ੀਅਲ ਰਿਵਿਊ ਦਾ ਜਿਹੜਾ ਹੈਗਾ ਸਿਧਾਂਤ ਆ, ਪ੍ਰਿੰਸੀਪਲ ਆ, ਉਹ ਕਿਸ ਦੇਸ਼ ਤੋਂ ਲਿਆ ਗਿਆ ਹੈ? ਤਾਂ ਕਿਹੜੇ ਦੇਸ਼ ਦੇ ਵਿੱਚ ਇਹ ਪਹਿਲਾਂ ਪਾਇਆ ਜਾਂਦਾ ਜਿਸ ਤੋਂ ਆਪਾਂ ਨੇ ਕਾਪੀ ਕੀਤਾ ਹੈ? 184 ਨੰਬਰ ਦਾ ਰਾਈਟ ਆਨਸਰ ਤੁਹਾਡੇ ਕੋਲ ਬਣ ਜਾਏਗਾ ਫਸਟ, ਯਾਨੀ ਕਿ ਸੰਯੁਕਤ ਰਾਜ ਅਮਰੀਕਾ, USA ਤੋਂ ਜਿਹੜਾ ਹੈਗਾ ਆਪਾਂ ਨੇ ਲਿਆ ਹੈਗਾ। ਜੁਡੀਸ਼ੀਅਲ ਰਿਵਿਊ ਕਰਨਾ ਹੈ ਕਿਸੇ ਫੈਸਲੇ 'ਤੇ, ਤਾਂ ਆਪਸ਼ਨ 1 ਰਾਈਟ ਆਨਸਰ ਬਣੇਗਾ ਸੰਯੁਕਤ ਰਾਜ ਅਮਰੀਕਾ, ਠੀਕ ਹੈ ਜੀ। ਤਾਂ ਪੰਜਾਬ ਵਿੱਚੋਂ ਲੋਕ ਸਭਾ ਅਤੇ ਰਾਜ ਸਭਾ ਲਈ ਕਿੰਨੇ ਮੈਂਬਰ ਲੈ ਜਾਂਦੇ ਹਨ? ਹਾਂਜੀ, ਲੋਕ ਸਭਾ ਦੇ ਕਿੰਨੇ ਆ ਅਤੇ ਰਾਜ ਸਭਾ ਦੇ ਕਿੰਨੇ ਮੈਂਬਰ ਆ ਜਿਹੜੇ ਪੰਜਾਬ ਦੇ ਵਿੱਚੋਂ ਲੈ ਜਾਂਦੇ ਹਨ, ਦੱਸ ਸਕਦੇ ਹੋ ਤੁਸੀਂ? ਹਾਂਜੀ, ਲੋਕ ਸਭਾ 'ਚੋਂ 11, ਰਾਜ ਸਭਾ 'ਚੋਂ 9, ਜਾਂ ਫਿਰ ਲੋਕ ਸਭਾ 13-7, ਜਾਂ ਫਿਰ ਤੁਹਾਡੇ ਕੋਲ 2 ਆਪਸ਼ਨ ਹੋਰ ਨੇ 9-7 ਜਾਂ ਫਿਰ 12-2। ਤਾਂ ਕਿਹੜਾ ਆਪਸ਼ਨ ਸਹੀ ਆ ਵੀ? ਲੋਕ ਸਭਾ ਦੇ ਕਿੰਨੇ ਮੈਂਬਰ ਹੁੰਦੇ ਆ ਪੰਜਾਬ 'ਚੋਂ ਅਤੇ ਰਾਜ ਸਭਾ ਦੇ ਕਿੰਨੇ ਹੁੰਦੇ ਹਨ? 185 ਦਾ ਜਿਹੜਾ ਹੈਗਾ ਰਾਈਟ ਆਨਸਰ ਤੁਹਾਡਾ ਬਣੇਗਾ ਆਪਸ਼ਨ ਨੰਬਰ 2, ਲੋਕ ਸਭਾ ਦੇ 13 ਮੈਂਬਰ ਜਿਹੜੇ ਪੰਜਾਬ ਦੇ ਵਿੱਚ ਚੁਣੇ ਜਾਂਦੇ ਹੈਗੇ, ਔਰ ਰਾਜ ਸਭਾ ਦੇ 7 ਮੈਂਬਰ ਪੰਜਾਬ ਦੇ ਵਿੱਚੋਂ ਚੁਣੇ ਜਾਂਦੇ ਹਨ। ਤਾਂ ਨੋਟ ਕਰਨਾ ਪੁੱਤਰ ਇਸ ਗੱਲ ਨੂੰ ਆਪਾਂ, ਔਰ ਰਾਈਟ ਆਪਸ਼ਨ 2 ਬਣ ਗਿਆ, ਠੀਕ ਹੈ। ਸੋ ਨੈਕਸਟ ਹੈ ਪੁੱਤਰ ਆਪਣੇ ਕੋਲ ਪ੍ਰਸ਼ਨ ਨੰਬਰ 186, ਰਾਸ਼ਟਰਪਤੀ ਦੀ ਚੋਣ ਕਰਨ ਲਈ ਚੋਣ ਮੰਡਲ ਵਿੱਚ ਕੌਣ ਭਾਗ ਲੈਂਦਾ ਹੈ? ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਕੌਣ ਭਾਗ ਲੈਂਦਾ ਹੈ? ਲੋਕ ਸਭਾ ਦੇ ਸਾਰੇ ਮੈਂਬਰ, ਰਾਜ ਸਭਾ ਦੇ ਸਾਰੇ ਮੈਂਬਰ, ਜਾਂ ਫਿਰ ਲੋਕ ਸਭਾ, ਰਾਜ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ, ਜਾਂ ਫਿਰ ਲੋਕ ਸਭਾ, ਰਾਜ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ, ਠੀਕ ਹੈ। ਰਾਈਟ ਆਪਸ਼ਨ ਕਿਹੜਾ ਬਣੇਗਾ? ਰਾਸ਼ਟਰਪਤੀ ਦੀ ਚੋਣ ਕਰਨੀ ਹੈ ਤਾਂ ਚੋਣ ਮੰਡਲ ਵਿੱਚ ਕਿਸ ਨੂੰ ਸ਼ਾਮਲ ਕਰਨਾ ਆਪਾਂ ਨੇ ਜੀ? ਤਾਂ ਆਪਸ਼ਨ ਸੀ ਜਿਹੜਾ ਹੈਗਾ ਉਹਦੇ ਵਿੱਚ ਮਤਲਬ ਲੋਕ ਸਭਾ ਦੇ ਮੈਂਬਰ ਵੀ ਹੋਣਗੇ, ਰਾਜ ਸਭਾ ਦੇ ਮੈਂਬਰ ਵੀ ਹੋਣਗੇ, ਰਾਜਾਂ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਵੀ ਹੋਣਗੇ, ਔਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਮੈਂਬਰ ਵੀ ਹੋਣਗੇ। ਤਾਂ ਇਹ ਸਾਰੇ ਮਿਲ ਕੇ ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਅਗਲਾ ਹੈ 187 ਨੰਬਰ ਪ੍ਰਸ਼ਨ ਹੈ, ਸ਼ਾਂਤਮਈ ਸਹਿਹੋਂਦ ਹੇਠ ਲਿਖਿਆਂ ਵਿੱਚੋਂ ਕਿਸ ਸਮਝੌਤੇ ਦਾ ਸਿਧਾਂਤ ਹੈ? ਸ਼ਾਂਤਮਈ ਸਹਿਹੋਂਦ ਇਹਨੂੰ ਬੋਲਿਆ ਗਿਆ ਆਪਾਂ ਪੀਸਫੁਲ ਕੋਐਗਜ਼ਿਸਟੈਂਸ ਇਜ਼ ਅ ਪਾਰਟ ਆਫ ਵਿਚ ਐਗਰੀਮੈਂਟ, ਕਿਸ ਸਮਝੌਤੇ ਦਾ ਹਿੱਸਾ ਹੈ ਇਹ? ਹਾਂਜੀ, 187 ਨੰਬਰ ਦਾ ਰਾਈਟ ਆਨਸਰ ਬਣੇਗਾ ਆਪਣੇ ਕੋਲ ਆਪਸ਼ਨ ਏ, ਯਾਨੀ ਕਿ ਪੰਚਸ਼ੀਲ ਦੇ ਸਿਧਾਂਤਾਂ ਦਾ ਇੱਕ ਹਿੱਸਾ ਹੈ ਆਪਣੇ ਕੋਲ ਹੈ ਆਪਸ਼ਨ 1 ਪੰਚਸ਼ੀਲ, ਠੀਕ ਹੈ। ਤਾਂ ਅਗਲਾ ਪ੍ਰਸ਼ਨ ਪੁੱਤਰ ਆਪਣੇ ਕੋਲ ਹੈ 188 ਨੰਬਰ ਪ੍ਰਸ਼ਨ, ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਕਿਸ ਗੱਲ ਦੀ ਸਖਤ ਵਿਰੋਧਤਾ ਕਰਦਾ ਹੈ? ਚਾਰਾਂ ਵਿੱਚੋਂ ਸੰਯੁਕਤ ਰਾਸ਼ਟਰ ਦੀ, ਵਿਦੇਸ਼ੀ ਕੰਪਨੀਆਂ ਦੀ, ਰਾਸ਼ਟਰ ਮੰਡਲ ਦੀ, ਜਾਂ ਫਿਰ ਹਰ ਕਿਸਮ ਦੇ ਅੱਤਵਾਦ ਦੀ ਜਿਹੜੀ ਹੈਗੀ ਆ ਸਖਤ ਵਿਰੋਧਤਾ ਕਰਦਾ ਹੈ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ?
ਤਾਂ 188 ਨੰਬਰ ਦਾ ਰਾਈਟ ਆਂਸਰ ਮਤਲਬ ਬਣੇਗਾ ਪੁੱਤਰ ਆਪਸ਼ਨ ਡੀ। ਹਰ ਕਿਸਮ ਦੇ ਅੱਤਵਾਦ ਦੀ ਜਿਹੜੇ ਹੈਗਾ ਭਾਰਤ ਸਖਤ ਵਿਰੋਧਤਾ ਕਰਦਾ ਹੈ ਔਰ ਕਰਨੀ ਵੀ ਬਣਦੀ ਹੈ। ਠੀਕ ਹੈ, ਅੱਤਵਾਦ ਨੂੰ ਫੈਲਾਉਣਾ ਨਹੀਂ ਹੈ, ਨਾ ਫੈਲਾਉਣਾ। ਠੀਕ ਹੈ, ਤਾਂ 199 ਨੰਬਰ ਪ੍ਰਸ਼ਨ ਹੈ ਆਪਣੇ ਕੋਲ, ਵਿਦੇਸ਼ੀਆਂ ਨੂੰ ਇਹਨਾਂ ਵਿੱਚੋਂ ਕਿਹੜੇ ਅਧਿਕਾਰ ਨਹੀਂ ਦਿੱਤੇ ਜਾ ਸਕਦੇ? ਰਾਜਨੀਤਿਕ ਅਧਿਕਾਰ, ਆਰਥਿਕ ਅਧਿਕਾਰ, ਸਮਾਜਿਕ ਅਧਿਕਾਰ ਜਾਂ ਫਿਰ ਮਨੁੱਖੀ ਅਧਿਕਾਰ ਜਿਹੜੇ ਵਿਦੇਸ਼ੀਆਂ ਨੂੰ ਨਹੀਂ ਦਿੱਤੇ ਜਾ ਸਕਦੇ। ਰਾਈਟ ਆਪਸ਼ਨ ਇਹਦਾ ਬਣੇਗਾ ਆਪਣੇ ਕੋਲ ਆਪਸ਼ਨ ਏ, ਰਾਜਨੀਤਿਕ ਅਧਿਕਾਰ ਆਪਾਂ ਫੋਰਨਰਸ ਨੂੰ ਨਹੀਂ ਦੇ ਸਕਦੇ। ਠੀਕ ਹੈ, ਇਹ ਜਿਹੜੇ ਹੈਗੇ ਆ ਦਿੱਤੇ ਨਹੀਂ ਜਾਂਦੇ ਗੇ। ਸੋ ਅਗਲਾ ਹੈ, ਰਾਜ ਦਾ ਮੁੱਖ ਮੰਤਰੀ ਕਿਸ ਨਾਲ ਸੰਬੰਧ ਰੱਖਦਾ ਹੈ? ਰਾਜ ਦਾ ਮੁੱਖ ਮੰਤਰੀ ਇਹਨਾਂ ਚਾਰਾਂ ਵਿੱਚੋਂ ਕਿਸ ਨਾਲ ਸੰਬੰਧ ਰੱਖਦਾ ਹੈ? ਰਾਜ ਸਭਾ ਨਾਲ, ਲੋਕ ਸਭਾ ਨਾਲ, ਰਾਜ ਵਿਧਾਨ ਸਭਾ ਨਾਲ ਜਾਂ ਫਿਰ ਰਾਜ ਵਿਧਾਨ ਪਰਿਸ਼ਦ ਦੇ ਨਾਲ ਸੰਬੰਧ ਰੱਖਦਾ ਹੈ। ਤਾਂ ਰਾਈਟ ਆਪਸ਼ਨ ਤੁਸੀਂ ਦੱਸੋਗੇ 190 ਦਾ ਆਪਣੇ ਕੋਲ, ਰਾਜ ਦਾ ਮੁੱਖ ਮੰਤਰੀ ਕਿਸ ਨਾਲ ਸੰਬੰਧ ਰੱਖਦਾ ਹੈ? ਹਾਂਜੀ, ਆਪਸ਼ਨ 3 ਇਹਦਾ ਰਾਈਟ ਆਪਸ਼ਨ ਹੈ, ਰਾਜ ਵਿਧਾਨ ਸਭਾ ਨਾਲ ਜਿਹੜਾ ਹੈ ਸੰਬੰਧ ਰੱਖਦਾ ਹੈ, ਰਾਜ ਦੀ ਵਿਧਾਨ ਸਭਾ ਨਾਲ। ਅਗਲਾ ਹੈ 191 ਨੰਬਰ, ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ। ਮੁਫਤ ਅਤੇ ਜ਼ਰੂਰੀ ਸਿੱਖਿਆ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਰਾਈਟ ਟੂ ਐਜੂਕੇਸ਼ਨ ਭਾਰਤ ਵਿੱਚ ਕਦੋਂ ਲਾਗੂ ਹੋਇਆ? ਭਾਰਤ ਵਿੱਚ ਕਦੋਂ ਲਾਗੂ ਹੋਇਆ ਰਾਈਟ ਟੂ ਐਜੂਕੇਸ਼ਨ RTE ਐਕਟ ਜਿਹੜਾ ਹੈਗਾ, ਜਿਹੜਾ ਫ੍ਰੀ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਜਿਹੜਾ ਹੈ। 191 ਨੰਬਰ ਪ੍ਰਸ਼ਨ ਤੁਹਾਡੇ ਕੋਲ ਹੈ ਔਰ ਅਪ੍ਰੈਲ 2010 ਦੇ ਵਿੱਚ ਜਿਹੜਾ ਲਾਗੂ ਹੋਇਆ ਸੀਗਾ ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ। ਅਪ੍ਰੈਲ 2010 ਤੋਂ ਜਿਹੜਾ ਲਾਗੂ ਹੈ ਔਰ ਇਹਦੇ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਜਿਹੜਾ ਅਧਿਕਾਰ ਦਿੱਤਾ ਗਿਆ ਸੀਗਾ। ਠੀਕ ਹੈ, ਔਰ ਅਗਲਾ ਹੈ 192 ਨੰਬਰ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦੀ ਨਹੀਂ ਹੈ? ਕਿਹੜੀ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦੀ ਨਹੀਂ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੀ ਫੀਚਰ ਆਫ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ? ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਨੇੜੇ ਦਾ ਸੰਬੰਧ ਹੁੰਦਾ ਹੈ, ਨਿਆਂਪਾਲਿਕਾ ਦੀ ਨਿਆਇਕ ਨਿਰੀਖਣ ਦੀ ਸ਼ਕਤੀ ਹੁੰਦੀ ਹੈ, ਅਸਲੀ ਅਤੇ ਨਾਮਾਤਰ ਕਾਰਜਪਾਲਿਕਾ ਹੁੰਦੀ ਹੈ ਜਾਂ ਫਿਰ ਕਾਰਜਪਾਲਿਕਾ ਦੀ ਵਿਧਾਨਪਾਲਿਕਾ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ? ਹਾਂਜੀ, ਤਾਂ ਇਹਨਾਂ ਵਿੱਚੋਂ ਕਿਹੜੀ ਸੰਸਦ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ? ਤਾਂ ਇਹਨਾਂ ਵਿੱਚੋਂ ਜਿਹੜਾ ਸੈਕਿੰਡ ਆਪਸ਼ਨ ਹੈ, ਨਿਆਂਪਾਲਿਕਾ ਦੀ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਜਿਹੜੀ ਹੈਗੀ ਹੈ, ਇਹ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦੀ ਨਹੀਂ ਹੈ। ਆਪਸ਼ਨ 2 ਇਹਦਾ ਰਾਈਟ ਆਂਸਰ ਬਣਦਾ ਪਰ ਆਪਣੇ ਕੋਲ ਆਪਸ਼ਨ 2। ਹਾਂਜੀ, ਅਗਲਾ ਹੈ ਪ੍ਰਸ਼ਨ ਨੰਬਰ 193, ਖੇਤੀ ਵਿੱਚ ਖਾਸ ਤੌਰ 'ਤੇ ਕਣਕ ਅਤੇ ਚਾਵਲ ਵਿੱਚ ਹੋਣ ਵਾਲੇ ਅਸਾਧਾਰਨ ਵਾਧੇ ਨੂੰ ਕੀ ਨਾਮ ਦਿੱਤਾ ਗਿਆ? ਕਣਕ ਦੇ ਉਤਪਾਦਨ ਵਿੱਚ ਅਸਾਧਾਰਨ ਹੋਣ ਵਾਲਾ ਵਾਧਾ ਜਿਹੜਾ ਸੀ ਉਸ ਨੂੰ ਕਿਹੜੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਸੀਗਾ? ਕਣਕ ਕ੍ਰਾਂਤੀ, ਧਾਨ ਕ੍ਰਾਂਤੀ, ਹਰੀ ਕ੍ਰਾਂਤੀ ਜਾਂ ਫਿਰ ਚਿੱਟੀ ਕ੍ਰਾਂਤੀ? ਤਾਂ ਇਹ ਸੀਗੀ ਆਪਣੇ ਕੋਲ ਹਰੀ ਕ੍ਰਾਂਤੀ ਜਿਹੜਾ ਹੈਗਾ ਨਾਮ ਦਿੱਤਾ ਗਿਆ ਸੀ ਉਹਨੂੰ। ਆਪਣੇ ਕੋਲ ਆਪਸ਼ਨ 3 ਦਾ ਰਾਈਟ ਆਂਸਰ ਬਣ ਜਾਏਗਾ ਆਪਣੇ ਕੋਲ ਆਪਸ਼ਨ 3 ਹਰੀ ਕ੍ਰਾਂਤੀ। ਠੀਕ ਹੈ, ਤਾਂ ਚਿੱਟੀ ਕ੍ਰਾਂਤੀ ਜਿਹੜੀ ਹੈਗੀ ਆ ਦੁੱਧ ਦੇ ਵਿੱਚ ਹੋਈ ਸੀ। ਠੀਕ ਹੈ, ਤਾਂ ਹਰੀ ਕ੍ਰਾਂਤੀ ਜਿਹੜੀ ਹੈਗੀ ਆ ਅਨਾਜਾਂ ਦੇ ਕਣਕ ਦੇ ਚਾਵਲ ਦੇ ਜਿਹੜੀ ਪੈਦਾਵਾਰ ਉਹਦੇ ਵਿੱਚ ਹੋਈ ਸੀਗੀ। ਠੀਕ ਹੈ, ਸੋ 194 ਨੰਬਰ ਪ੍ਰਸ਼ਨ ਉੱਤਰ ਆਪਣੇ ਕੋਲ ਹੈ, ਉਦਮੀ ਨੂੰ ਉਸ ਦੀਆਂ ਸਾਧਨ ਸੇਵਾਵਾਂ ਦੇ ਬਦਲੇ ਕੀ ਇਨਾਮ ਮਿਲਦਾ ਹੈ? ਉਦਮੀ ਨੂੰ ਉਸ ਦੀਆਂ ਸਾਧਨ ਸੇਵਾਵਾਂ ਦੇ ਬਦਲੇ ਕੀ ਇਨਾਮ ਮਿਲਦਾ ਹੈ? ਵਿਆਜ ਮਿਲਦਾ ਹੈ, ਉਸਨੂੰ ਲਗਾਨ ਮਿਲਦਾ ਹੈ, ਮਜ਼ਦੂਰੀ ਮਿਲਦੀ ਹੈ ਜਾਂ ਫਿਰ ਲਾਭ ਮਿਲਦਾ ਹੈ? ਉਦਮੀ ਨੂੰ ਉਸ ਦੀਆਂ ਸਾਧਨ ਸੇਵਾਵਾਂ ਦੇ ਬਦਲੇ ਜਿਹੜਾ ਹੈਗਾ ਲਾਭ ਮਿਲਦਾ ਹੈ। ਉਦਮੀ ਨੂੰ ਪ੍ਰੋਫਿਟ ਮਿਲਦਾ ਹੈ, ਐਂਟਰਪ੍ਰੇਨਿਓਰ ਨੂੰ ਲਾਭ ਮਿਲਦਾ ਹੈ ਉਸ ਦੀਆਂ ਸਾਧਨ ਸੇਵਾਵਾਂ ਦੇ ਬਦਲੇ। ਤਾਂ ਆਪਸ਼ਨ ਡੀ ਰਾਈਟ ਆਂਸਰ ਬਣੇਗਾ ਆਪਣੇ ਕੋਲ। ਠੀਕ ਹੈ ਜੀ, ਅਗਲਾ ਹੈ ਪ੍ਰਸ਼ਨ ਨੰਬਰ 195, ਜਦ ਕਿਸੇ ਕੰਮ ਵਿੱਚ ਲੋੜ ਤੋਂ ਵੱਧ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਜਾਂਦਾ ਹੈ ਤਾਂ ਵਾਧੂ ਲਗਾਏ ਗਏ ਮਜ਼ਦੂਰਾਂ ਨੂੰ ਕਿਹੜੇ ਬੇਰੁਜ਼ਗਾਰ ਕਿਹਾ ਜਾਵੇਗਾ? ਠੀਕ ਹੈ, ਜਦੋਂ ਆਪਣਾ 2 ਮਜ਼ਦੂਰਾਂ ਨਾਲ ਕੰਮ ਸਰਦਾ ਅਤੇ ਆਪਾਂ 5 ਮਜ਼ਦੂਰ ਲਗਾਏ ਹੋਏ ਆ ਤਾਂ ਜਿਹੜੇ ਵਾਧੂ ਮਜ਼ਦੂਰ ਲੱਗੇ ਹੋਏ ਉਹਨਾਂ ਨੂੰ ਕਿਸ ਤਰ੍ਹਾਂ ਦੀ ਬੇਰੁਜ਼ਗਾਰ ਕਿਹਾ ਜਾਵੇਗਾ? ਮੌਸਮੀ ਬੇਰੁਜ਼ਗਾਰ, ਛੁਪੇ ਹੋਏ ਬੇਰੁਜ਼ਗਾਰ, ਉਦਯੋਗਿਕ ਬੇਰੁਜ਼ਗਾਰ ਜਾਂ ਫਿਰ ਅਲਪ ਬੇਰੁਜ਼ਗਾਰ? ਤਾਂ ਇਸ ਨੂੰ ਛੁਪੇ ਹੋਏ ਬੇਰੁਜ਼ਗਾਰ ਦਾ ਨਾਮ ਦਿੱਤਾ ਜਾਂਦਾ, ਛੁਪੀ ਬੇਰੁਜ਼ਗਾਰੀ ਹੁੰਦੀ। ਠੀਕ ਹੈ, ਇਹ ਠੀਕ ਹੈ ਡਿਸਗਾਈਜ਼ਡ ਜਿਹੜੀ ਹੈ ਅਨਇੰਪਲੋਇਮੈਂਟ ਇਹਨੂੰ ਆਪਾਂ ਕਹਿੰਦੇ ਹੈਗੇ ਆ। ਤਾਂ 196 ਨੰਬਰ ਪ੍ਰਸ਼ਨ ਪੁੱਤਰ ਆਪਣੇ ਕੋਲ ਹੈ, ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਨੀਤੀ ਨੂੰ ਕੀ ਕਿਹਾ ਜਾਂਦਾ ਹੈ? ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਨੀਤੀ ਨੂੰ ਕਿਹੜੀ ਨੀਤੀ ਕਿਹਾ ਜਾਂਦਾ ਹੈ ਬਈ ਆਪਣੇ ਕੋਲ? ਰਾਈਟ ਆਪਸ਼ਨ ਤੁਹਾਡੇ ਕੋਲ ਹੈ ਮੌਦਰਿਕ ਨੀਤੀ, ਰਾਜਕੋਸ਼ੀ ਨੀਤੀ, ਕੀਮਤ ਨੀਤੀ ਜਾਂ ਫਿਰ ਉਦਯੋਗਿਕ ਨੀਤੀ। ਚਾਰਾਂ ਵਿੱਚੋਂ ਰਾਈਟ ਆਪਸ਼ਨ ਦੱਸੋਗੇ 196 ਨੰਬਰ ਪ੍ਰਸ਼ਨ ਦਾ ਆਪਣੇ ਕੋਲੇ। ਤਾਂ ਪ੍ਰਸ਼ਨ ਬਣ ਜਾਏਗਾ ਇਹਦਾ ਆਪਣੇ ਕੋਲ ਰਾਈਟ ਆਪਸ਼ਨ, ਬਿਲਕੁਲ ਰਾਈਟ ਆਪਸ਼ਨ ਆਪਣਾ ਹੈ ਆਪਸ਼ਨ 2 यानी कि राजकोषी नीति राइट आंसर है। ठीक है, अपने को राजकोषी यानी कि फिस्कल पॉलिसी अपन बोल रहे हैं, दैट इज़ कॉल्ड सरकार की आमदन ते खर्च संबंधी नीति। तो भारत में नवीं उद्योगिक नीति कदों लागू की गई सी?
ਭਾਰਤ ਵਿੱਚ ਨਵੀਂ ਉਦਯੋਗਿਕ ਨੀਤੀ ਨੂੰ ਕਦੋਂ ਲਾਗੂ ਕੀਤਾ ਗਿਆ ਸੀਗਾ? ਆਪਸ਼ਨ 1948 'ਚ, 56 'ਚ, 91 'ਚ ਜਾਂ ਫਿਰ 2001 ਦੇ ਵਿੱਚ। ਰਾਈਟ ਆਪਸ਼ਨ ਆਪਣੇ ਕੋਲ ਹੈ ਜੀ ਇਹਦਾ 1991 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਨਵੀਂ ਉਦਯੋਗਿਕ ਨੀਤੀ ਭਾਰਤ ਵਿੱਚ 1991 ਦੇ ਵਿੱਚ। ਔਰ 198 ਨੰਬਰ ਪ੍ਰਸ਼ਨ ਹੈ ਜੀ, ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿੰਦੇ ਹਨ? ਕਰੰਟਲੀ ਭਾਰਤ ਵਿੱਚ ਕਿੰਨੇ ਲੋਕ ਜਿਹੜੇ ਹੈਗੇ ਆ ਲਿਵਿੰਗ ਬਿਲੋ ਪਾਵਰਟੀ ਲਾਈਨ, ਗਰੀਬੀ ਰੇਖਾ ਦੇ ਹੇਠਾਂ ਰਹਿੰਦੇ ਹਨ? 21.9, 22.9, 23.9 ਜਾਂ ਫਿਰ 24.9 ਪ੍ਰਤੀਸ਼ਤ ਜਿਹੜੇ ਲੋਕ ਹੈਗੇ ਆ। ਰਾਈਟ ਆਪਸ਼ਨ ਆਪਣੇ ਕੋਲ ਹੈ 198 ਨੰਬਰ ਦਾ 21.9 ਰਾਈਟ ਆਪਸ਼ਨ ਹੈ। 21.9 ਪ੍ਰਤੀਸ਼ਤ ਲੋਕ ਜਿਹੜੇ ਆ ਬਿਲੋ ਪਾਵਰਟੀ ਲਾਈਨ ਹਾਲੇ ਤੱਕ ਵੀ ਰਹਿ ਰਹੇ। ਠੀਕ ਹੈ, ਤਾਂ ਅਗਲਾ ਹੈ 199 ਨੰਬਰ ਪ੍ਰਸ਼ਨ ਪੁੱਤਰ ਆਪਣੇ ਕੋਲ, ਭਾਰਤ ਸਰਕਾਰ ਦੀ ਮਨਰੇਗਾ ਯੋਜਨਾ ਹੇਠ ਮਜ਼ਦੂਰਾਂ ਨੂੰ ਕਿੰਨੇ ਦਿਨਾਂ ਦਾ ਰੁਜ਼ਗਾਰ ਪ੍ਰਦਾਨ ਕਰਵਾਇਆ ਜਾਂਦਾ ਹੈ? ਠੀਕ ਹੈ, ਮਨਰੇਗਾ ਦੇ ਅੰਡਰ ਮਜ਼ਦੂਰਾਂ ਨੂੰ ਕਿੰਨੇ ਦਿਨ ਦੀ ਜਿਹੜੀ ਹੈਗੀ ਰੁਜ਼ਗਾਰ ਦੇਣਾ ਜ਼ਰੂਰੀ ਹੈ? ਤਾਂ ਉਹ ਹੈ ਆਪਣੇ ਕੋਲ ਆਪਸ਼ਨ ਹੈ 199 ਦਾ 100 ਦਿਨਾਂ ਦਾ ਰੁਜ਼ਗਾਰ ਜਿਹੜਾ ਹੈਗਾ ਦੇਣਾ ਜ਼ਰੂਰੀ ਹੈ ਆਪਣੇ ਕੋਲ। ਕਿੰਨੇ ਦਿਨਾਂ ਦਾ ਬਈ? 100 ਦਿਨਾਂ ਦਾ। ਰਾਈਟ ਆਪਸ਼ਨ ਜੀ ਆਪਣੇ ਕੋਲ ਹੈ 100 ਡੇਜ਼ ਮਨਰੇਗਾ ਦੇ ਅੰਡਰ ਜਿਹੜੇ ਹੈਗੇ ਆ ਦੇਣੇ ਜ਼ਰੂਰੀ ਹੈਗੇ ਆ, ਜਿਨ੍ਹਾਂ ਨੂੰ ਕੰਮ ਮਿਲਣਾ ਚਾਹੀਦਾ 100 ਦਿਨਾਂ ਦਾ। ਤਾਂ ਅਗਲਾ ਹੈ ਪੁੱਤਰ ਆਪਣੇ ਕੋਲ ਪ੍ਰਸ਼ਨ, ਲਾਸਟ ਪ੍ਰਸ਼ਨ ਹੈ, ਬੈਂਕਿੰਗ ਸੇਵਾਵਾਂ ਨੂੰ ਅਰਥ ਵਿਵਸਥਾ ਦੇ ਕਿਹੜੇ ਖੇਤਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ? ਬੈਂਕਿੰਗ ਸੇਵਾਵਾਂ ਹੇਠ ਲਿਖੇ 4 ਖੇਤਰਾਂ ਵਿੱਚੋਂ ਕਿਹੜੇ ਖੇਤਰ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਹਨ? ਮੁੱਢਲਾ ਖੇਤਰ, ਗੌਣ ਖੇਤਰ, ਸੇਵਾ ਖੇਤਰ ਜਾਂ ਫਿਰ ਉਤਪਾਦਕ ਖੇਤਰ। ਤਾਂ ਬੈਂਕਿੰਗ ਸੇਵਾਵਾਂ ਨੂੰ ਜਿਹੜਾ ਆਪਾਂ ਸੇਵਾ ਖੇਤਰ ਦੇ ਵਿੱਚ ਸਰਵਿਸ ਸੈਕਟਰ ਦੇ ਵਿੱਚ ਰੱਖਦੇ ਹੈਗੇ ਆ। ਆਪਸ਼ਨ 3 ਦਾ ਰਾਈਟ ਆਨਸਰ ਬਣਦਾ ਹੈ। ਇਹ ਸੀ ਪੁੱਤਰ ਤੁਹਾਡੇ ਕੋਲ ਆਪਣੇ SS ਦੇ ਪ੍ਰਸ਼ਨ ਜਿਹੜੇ ਤੁਹਾਨੂੰ ਲਾਸਟ ਈਅਰ ਦੇ NTSC ਐਗਜ਼ਾਮ ਵਿੱਚ ਪੁੱਛੇ ਗਏ ਸੀ। ਠੀਕ ਹੈ, ਔਰ ਤੁਸੀਂ ਇਹ ਸਾਰੇ ਪ੍ਰਸ਼ਨ ਜਿਹੜੇ ਚੰਗੀ ਤਰ੍ਹਾਂ ਸਮਝਣੇ ਆ, ਯਾਦ ਕਰਨੇ ਹੈਗੇ ਆ। ਔਰ ਤੁਹਾਨੂੰ ਦੱਸਿਆ ਕਿ ਇਹਦੇ ਵਿੱਚੋਂ ਘੱਟੋ ਘੱਟ 15-20 ਪ੍ਰਸ਼ਨ ਜਿਹੜੇ ਹੈ ਬਿਲਕੁਲ ਰਿਪੀਟ ਹੋ ਜਾਂਦੇ ਹਰ ਵਾਰੀ। ਔਰ ਤੁਸੀਂ ਚੰਗੀ ਤਰ੍ਹਾਂ ਕੀਤੇ ਹੋਣਗੇ ਤਾਂ ਤੁਹਾਨੂੰ ਪੇਪਰ ਦੇ ਵਿੱਚ ਬਹੁਤ ਵਧੀਆ ਹੈਲਪ ਹੋਏਗੀ ਔਰ ਤੁਸੀਂ ਚੰਗੀ ਤਰ੍ਹਾਂ ਇਸ ਪੇਪਰ ਨੂੰ ਸੋਲਵ ਆਪਣਾ ਚੰਗੇ ਮਾਰਕਸ ਲੈ ਸਕਦੇ ਨੇ ਵਿੱਚੋਂ ਔਰ ਤੁਸੀਂ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹੋ। ਠੀਕ ਹੈ, ਬਹੁਤ ਵਧੀਆ ਤਿਆਰੀ ਕਰਨੀ ਹੈ। ਹੋਰ ਵੀ ਤੁਹਾਨੂੰ ਵੀਡੀਓਜ਼ ਮਿਲਣਗੀਆਂ ਇਹਦੇ ਨਾਲ ਰਿਲੇਟਡ। ਸੋ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ ਪੁੱਤਰ ਜੀ, ਨਾਲ ਦੇ ਬੱਚਿਆਂ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਜਿਹੜੇ ਹੈਗੇ ਆ ਤੁਸੀਂ NTSC ਦੀ ਵਧੀਆ ਤਿਆਰੀ ਕਰ ਸਕੋ। ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਠੀਕ ਹੈ ਬੇਟਾ ਜੀ, ਟੇਕ ਕੇਅਰ, ਗੋਡ ਬਲੈਸ ਯੂ। ਮਿਲਦੇ ਨੈਕਸਟ ਵੀਡੀਓ 'ਚ। ਬਾਏ ਬਾਏ।